एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। जो विचार चल रही है सत्संगत की, सत्संगत कैसी जानी है जिथे एको नाम बखानी। सत्संगत वाहिगुरू जी नूं मिलण दा मुख दरवाजा है। जब तक रियलाइज सोल की संगत प्राप्त नहीं होती, सत दे जीवन वालियां दी, सत नूं वरतों च लियाउण वालियां दी, सत दे विच लीन रहण वालियां दी, सत दी पछाण करन वालियां दी, तत्वेते महापुरुष आत्मदर्शियां दी, गुरमुखां दी संगत विधि नाल ना कीती जावे, उन्नी देर तक पूरा पूरा लाभ जो गुरु ग्रंथ साहब जी दे अंदर आउंदा है वो प्राप्त नहीं होया करदा। सो ਉਹਦੇ ਵਾਸਤੇ ਪਹਿਲਾਂ ਬੇਨਤੀ ਕੀਤੀ ਗਈ ਸੀ ਕਿ ਸਤਸੰਗਤ ਦੇ ਵਿੱਚ ਜਦੋਂ ਵੀ ਆਉਣਾ ਹੋਵੇ ਤਾਂ ਸਭ ਤੋਂ ਜ਼ਰੂਰੀ ਚੀਜ਼ ਸ਼ਰਧਾ ਹੋਇਆ ਕਰਦੀ ਹੈ, ਭਰੋਸਾ, ਯਕੀਨ। ਸ਼ਰਧਾ ਦੀ ਝੋਲੀ ਲੈ ਕੇ ਜਦੋਂ ਅਸੀਂ ਸੰਗਤ ਵਿੱਚ ਜਾਵਾਂਗੇ ਉਸ ਵੇਲੇ ਸਾਰੇ ਪ੍ਰਵਚਨ ਸਾਂਭ ਕੇ ਹਿਰਦੇ ਵਿੱਚ ਲੈ ਆਵਾਂਗੇ। ਦੋ ਤਰ੍ਹਾਂ ਦੀ ਸੰਗਤ ਹੁੰਦੀ ਹੈ, ਇੱਕ ਸੰਗਤ ਜਿਹਨੂੰ ਬਾਹਰੰਗ ਸੰਗਤ ਕਹਿੰਦੇ ਨੇ, ਬਾਹਰਲੀ ਸੰਗਤ। ਇੱਕ ਅੰਤਰੰਗ ਸੰਗਤ ਹੋਇਆ ਕਰਦੀ, ਉਹੀ ਵਚਨ ਲਿਆ ਕੇ ਫਿਰ ਹਿਰਦੇ ਵਿੱਚ ਮੰਨਣ ਕਰਨੇ, ਧਾਰਨ ਕਰਨੇ ਤੇ ਉਹਦੇ ਮੁਤਾਬਕ ਹੀ ਆਪਣੇ ਜੀਵਨ ਨੂੰ ਸੇਧ ਦੇ ਕੇ ਆਪਣਾ ਅਗਲਾ ਰੂਹਾਨੀ ਸਫ਼ਰ ਸ਼ੁਰੂ ਕਰਨਾ। ਸੋ ਬੇਨਤੀ ਕੀਤੀ ਗਈ ਸੀ ਕਿ ਸ਼ਰਧਾ बहुत जरूरी है। धन्ने वर्गिया ने शरधा करके, रविदास जी वर्गिया ने शरधा करके, कबीर साहब ने, नामदेव ने, सैन नाई ने, बाबा फरीद जी ने ते होर अनेकां भगतां महापुरुषां ने, गुरसिखां ने बहुत वड्डियां वड्डियां उच्चियां अवस्थावां प्राप्त कीतियां। सो शरधा जरूरी चीज़ होया करदी है। दूसरी चीज़ उस संगत के अंदर आउण समय धारण करनी चाहिए है, वो भी बहुत जरूरी है शरधा वांगू, क्योंकि जे वो ना होवे तां भी गल नहीं बनिया करती। शरधा तो है लेकिन मन नीवा नहीं है, मन उचाइयां ते फिरदा, किसी नूं गिणदा नहीं है। सो इस नूं अवमान कहंदे ने। ਇਹਦੇ ਵਿਪਰੀਤ ਨਿਮਰਤਾ ਧਾਰ ਕੇ ਸੰਗਤ ਵਿੱਚ ਆਉਣਾ ਚਾਹੀਦਾ ਹੈ। ਜੇ ਮਨ ਦੇ ਅੰਦਰ ਅਭਿਮਾਨ ਹੋਵੇ ਤਾਂ ਮੁਸ਼ਕਲ ਹੋ ਜਾਇਆ ਕਰਦਾ ਹੈ, ਕਿਉਂਕਿ ਉਹ ਆਪਣੇ ਅਭਿਮਾਨ ਦੇ ਅੰਦਰ ਦੂਸਰੇ ਦੇ ਵਚਨ ਕਹੇ ਹੋਏ ਹਿਰਦੇ 'ਚ ਧਾਰਨ ਨਹੀਂ ਕਰਦਾ। ਅਤੇ 5 ਕਿਸਮ ਦਾ ਜਾਂ 6 ਕਿਸਮ ਦਾ ਅਭਿਮਾਨ ਮਹਾਂਪੁਰਸ਼ਾਂ ਨੇ ਦੱਸਿਆ ਹੈ ਤੇ 5 ਦਾ ਜ਼ਿਕਰ ਗੁਰੂ ਮਹਾਰਾਜ ਨੇ ਇੱਕ ਥਾਂ ਕੀਤਾ ਤੇ ਇਸ ਅਭਿਮਾਨ ਨੂੰ ਠੱਗ ਕਿਹਾ। ਤੇ ਇਹਨਾਂ ਦਾ ਜ਼ਿਕਰ ਕਰਦੇ ਹੋਏ ਆਪ ਫਰਮਾਉਂਦੇ ਨੇ ਕਿ ਇਹ ਰਾਜ, ਮਾਲ, ਰੂਪ, ਜਾਤ, ਜੋਬਨ ਪੰਜੇ ਠੱਗ। ਇਹ ਪੰਜੇ ਹੀ ਠੱਗ ਨੇ। ਇਹ ਨਹੀਂ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। 1 2 4 10 ਬੰਦੇ ਨਹੀਂ ਠੱਗੇ, ਕੋਈ ਇੱਕ ਧਰਮ ਨੂੰ ਨਹੀਂ ਠੱਗਿਆ। ਇਹਨਾਂ ਨੇ ਸਾਰੇ ਸੰਸਾਰ ਨੂੰ ਠੱਗ ਲਿਆ। ਇਹ ਪੰਜਾਂ ਠੱਗਾਂ ਤੇ ਲੁੱਟਦੇ ਹੀ ਚਲੇ ਜਾਂਦੇ ਨੇ। ਤੇ ਇਹਨਾਂ ਵਿੱਚ ਸਭ ਤੋਂ ਪਹਿਲਾਂ ਰਾਜਸੀ ਸ਼ਕਤੀ ਜੋ ਹੈ, ਜਿਸ ਬੰਦੇ ਦੇ ਹਿਰਦੇ ਦੇ ਅੰਦਰ ਉਸ ਦਾ ਅਭਿਮਾਨ ਹੋਵੇ ਤਾਂ ਉਹਦਾ ਹਿਰਦਾ ਪੋਲਿਊਟ ਹੋ ਜਾਇਆ ਕਰਦਾ, ਮੈਲਾ ਹੋ ਜਾਇਆ ਕਰਦਾ। ਜਦੋਂ ਹਿਰਦਾ ਅੰਤਸ਼ਕਰਨ ਮੈਲਾ ਹੋਵੇ ਉਸ ਵੇਲੇ ਕੋਈ ਉਪਦੇਸ਼ ਹਿਰਦੇ 'ਚ ਠਹਿਰਿਆ ਨਹੀਂ ਕਰਦਾ, ਅਸਰ ਨਹੀਂ ਕਰਿਆ ਕਰਦਾ। ਸੋ ਰਾਜਸੀ ਸ਼ਕਤੀ ਦਾ ਅਭਿਮਾਨ ਆਮ ਤੌਰ 'ਤੇ ਹੋਏ ਜਾਂਦਾ ਹੈ।
ਉਹੀ ਬੰਦਾ ਜਿਸ ਨੂੰ ਅਸੀਂ ਦੇਖਦੇ ਹਾਂ ਕਿ ਕੋਈ ਪੁੱਛਦਾ ਨਹੀਂ ਹੈ। ਜਦੋਂ ਕੋਈ ਰਾਜਸੀ ਪਦਵੀ ਪ੍ਰਾਪਤ ਹੋ ਜਾਵੇ ਤੇ ਥੋੜ੍ਹੇ ਤੋਂ ਥੋੜ੍ਹਾ ਵੀ ਉਸ ਦਾ ਅਖਤਿਆਰ ਕਿਸੇ ਗੱਲ ਵਾਸਤੇ ਹੋਵੇ, ਉਸ ਥਾਂ ਵੀ ਉਹਦਾ ਅਪਮਾਨ ਜਿਹੜਾ ਹੈ ਉਸ ਨੂੰ ਸਹੀ ਸੋਚਣ ਨਹੀਂ ਦਿੰਦਾ ਅਤੇ ਗਲਤ ਕਰ ਦਿਆ ਕਰੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ, ਇਹ ਕੋਈ ਆਦਮੀ ਦੇ ਸਦਾ ਕਾਇਮ ਰਹਿਣ ਵਾਲੀਆਂ ਨਹੀਂ ਹਨ, ਇਹ ਘਟਦੀਆਂ ਵੱਧਦੀਆਂ ਰਹਿੰਦੀਆਂ ਅਤੇ ਇਸ ਦਾ ਅਪਮਾਨ ਕਰਦੇ। ਮਹਾਰਾਜ ਕਹਿੰਦੇ ਰਾਜਸੀ ਸ਼ਕਤੀ ਦਾ ਕਾਹਦਾ ਅਪਮਾਨ ਹੈ, ਕੁਰਸੀ 'ਤੇ ਬੈਠਾ ਹੈ, ਸ਼ਕਤੀ ਪ੍ਰਾਪਤ ਹੋ ਗਈ, ਅੱਜ ਹੈ ਕੱਲ੍ਹ ਨੂੰ ਨਾ ਹੋਵੇ। ਅਤੇ ਅਕਾਲ ਪੁਰਖ ਦਾ ਤਾਂ ਜੋ ਕੰਮ ਹੈ ਉਹਨੂੰ ਕੋਈ ਸਮਝ ਨਹੀਂ ਸਕਦਾ। ਅੱਜ ਬਾਦਸ਼ਾਹ ਹੈ, ਸਾਰਾ ਸੰਸਾਰ ਉਸ ਦਾ ਸਵਾਗਤ ਕਰਨ ਵਾਸਤੇ ਖੜ੍ਹਾ ਹੈ, ਕੱਲ੍ਹ ਉਸ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਪਹਿਲਿਆਂ ਬਾਰੇ ਵੀ ਦੇਖ ਲਓ, ਹੁਣ ਵਾਲਿਆਂ ਬਾਰੇ ਵੀ ਦੇਖ ਲਓ, ਰੋਜ਼ ਤਜਰਬਾ ਹੁੰਦਾ। ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ, ਰਾਜ ਕਰਨ ਵਾਲੇ ਕੋਨਿਆਂ 'ਚ ਲੱਗ ਜਾਂਦੇ ਨੇ ਜਾਂ ਜੇਲ੍ਹਾਂ ਵਿੱਚ ਸੜਦੇ ਨੇ। ਮਹਾਰਾਜ ਨੇ ਫਰਮਾਨ ਕੀਤਾ ਹੈ, ਜਿਨ ਸਿਕਦਾਰੀ ਤਿਸੇ ਖੁਆਰੀ, ਚਾਕਰ ਕੇਹੇ ਡਰਨਾ, ਜਾਂ ਸਿਕਦਾਰਾਂ ਪਵੇ ਜੰਜੀਰੀ, ਚਾਕਰ ਹੱਥੋਂ ਮਰਨਾ। ਜੰਜੀਰਾਂ ਜਦ ਪੈਂਦੀਆਂ ਤਾਂ ਛੋਟਾ ਜਿਹੜਾ ਕਰਮਚਾਰੀ ਹੈ ਉਹਦੇ ਹੱਥੋਂ ਹੀ ਉਸ ਦੀ ਮੌਤ ਹੋਇਆ ਕਰਦੀ। ਸੋ ਇਸ ਤਰ੍ਹਾਂ ਬਾਣੀ ਵਿੱਚ ਆਉਂਦਾ ਹੈ ਕਿ ਰਾਜਾ ਸ਼ਰਮ ਮਿਤ ਨਹੀਂ ਜਾਣਾ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਕਿਉਂ ਨਹੀਂ ਮਿਤ ਤੇਰੀ ਪਤਾ ਲੱਗਦਾ ਵੀ ਅੱਜ ਹੱਸ ਰਿਹਾ, ਹੱਸ ਤੋਂ ਜਾਏ ਸਰੋਵਤ ਆਵੇ। ਉਹ ਜਦੋਂ ਵਾਪਸ ਆਉਂਦਾ ਹੈ ਉਸ ਵੇਲੇ ਐਸਾ ਭਾਣਾ ਵਰਤਦਾ ਹੈ ਕਿ ਹਾਸਾ ਨਹੀਂ ਉਹਦੇ ਚਿਹਰੇ 'ਤੇ ਰਿਹਾ, ਰੋ ਰਿਹਾ। ਰੋਵਤ ਜਾਏ ਸੋ ਹੱਸੈ, ਇੱਕ ਰੋਂਦਾ ਹੋਇਆ ਜਾਂਦਾ ਹੈ ਲੇਕਿਨ ਹੱਸਦਾ ਹੋਇਆ ਵਾਪਸ ਆਉਂਦਾ ਹੈ। ਬਸ ਤੋਂ ਹੋਏ ਸੋ ਉਜੜ ਹੋਏ ਸੋ ਬਸੈ। ਬਸਤੀ ਹੈ, ਚੰਗੀ ਤਰ੍ਹਾਂ ਬਸ ਰਿਹਾ ਅਤੇ ਉਜਾੜਾ ਪੈ ਜਾਂਦਾ। ਉਜਾੜੇ ਵਾਲਾ ਜਿਹੜਾ ਹੈ ਉਹ ਵਸਣ ਲੱਗ ਜਾਂਦਾ ਹੈ। ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਸਾਰਿਆਂ ਨੇ ਦੇਖਿਆ ਕਿ ਕਿੰਨੀਆਂ ਕਿੰਨੀਆਂ ਤਬਾਹੀਆਂ ਆਈਆਂ, ਕਿੰਨੇ ਕਿੰਨੇ ਨੁਕਸਾਨ ਹੋਏ ਲੋਕਾਂ ਦੇ, ਕਿਸ ਤਰ੍ਹਾਂ ਦੇ ਨਾਲ ਬਿਜ਼ਨਸਾਂ ਫੇਲ ਹੋਈਆਂ ਅਤੇ ਉਹਨਾਂ ਨੂੰ ਕੋਈ ਮੰਗਿਆ ਹੋਇਆ ਆਧਾਰਾ ਪੈਸਾ ਨਹੀਂ ਸੀ ਦਿੰਦਾ। ਸੋ ਬਸਦਿਆਂ ਨੂੰ ਉਜਾੜ ਦਿੰਦਾ ਹੈ। ਉਹ ਜਿਹੜੇ ਵਸ ਜਾਂਦੇ ਨੇ, ਜਲ 'ਤੇ ਥਲ ਕਰ, ਥਲ 'ਤੇ ਕੂਆਂ, ਕੂਪ 'ਤੇ ਮੇਰ ਕਰਾਵੇ। ਜਲਾਂ ਵਿੱਚ ਥਲ ਪੈਦਾ ਕਰ ਦਿੰਦਾ। ਕੋਈ ਇਹ ਕਹਿ ਨਹੀਂ ਸਕਦਾ ਕਿ ਇੱਥੇ ਹੜ੍ਹ ਨਹੀਂ ਆਉਂਦਾ। ਇੰਨੇ ਹੜ੍ਹ ਆਉਂਦੇ ਨੇ ਜਿਸ ਥਾਂ 'ਤੇ ਕਦੇ ਆਇਆ ਹੀ ਨਹੀਂ ਉੱਥੇ ਹੀ ਫਲੱਡ ਆ ਜਾਂਦੇ। ਜਿਸ ਥਾਂ ਦੇ ਉੱਤੇ ਪਾਣੀਓ ਪਾਣੀ ਹੈ ਉਸ ਥਾਂ ਦੇ ਉੱਤੇ ਥਲ ਹੋ ਜਾਂਦਾ। ਧਰਤੀ 'ਤੇ ਆਕਾਸ਼ ਚਲਾਵੇ, ਚੜ੍ਹੇ ਆਕਾਸ਼ ਗਿਰਾਵੇ। ਜਿਹੜਾ ਧਰਤੀ 'ਤੇ ਗਰੀਬ ਆਦਮੀ ਜਿਸ ਨੂੰ ਕੋਈ ਨਹੀਂ ਪੁੱਛਦਾ, ਆਕਾਸ਼ਾਂ ਦੀ ਉਚਾਈ ਜਿੰਨਾ ਉੱਚਾ ਕਰ ਦਿੰਦਾ। ਜਿਹੜੇ ਆਕਾਸ਼ਾਂ 'ਤੇ ਚੜ੍ਹੇ ਹੋਏ ਨੇ ਉਹਨਾਂ ਨੂੰ ਥੱਲੇ ਗਿਰਾ ਦਿੰਦਾ। ਭੇਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭੇਖਾਰੀ। ਭਿਖਾਰੀ ਜਿਹੜੇ ਹਨ ਉਹ ਉਹਨਾਂ ਨੂੰ ਰਾਜੇ ਬਣਾ ਦਿੰਦੇ, ਅਤੇ ਜਿਹੜੇ ਰਾਜੇ ਨੇ ਉਹ ਭੀਖ ਮੰਗਦੇ ਫਿਰਦੇ ਨੇ, ਕੋਈ ਪਾਉਂਦਾ ਨਹੀਂ ਹੈ ਉਹਨਾਂ ਨੂੰ, ਅਤੇ ਉਹਨਾਂ ਤੋਂ ਕੋਈ ਮੰਗੀ ਹੋਈ ਦਰ ਮੰਗਣ ਭਿੱਖ ਨਾ ਪਾਏ ਨਾ, ਉਹਨਾਂ ਨੂੰ ਪਾਉਂਦਾ ਨਹੀਂ। ਇੱਕ ਰਾਜਾ ਬਾਦਸ਼ਾਹ ਬਹੁਤ ਮਸ਼ਹੂਰ ਸ਼ਾਹਜਹਾਨ ਨਾਮ ਦਾ, ਜਿਸ ਦਾ ਪੁੱਤਰ ਔਰੰਗਜ਼ੇਬ ਦਿੱਲੀ ਦੇ ਤਖ਼ਤ 'ਤੇ ਹਿੰਦੁਸਤਾਨ ਦਾ ਰਾਜ ਕਰਦਾ ਸੀ। ਪੁੱਤਰ ਨੇ ਉਸ ਤੋਂ ਜ਼ਬਰਦਸਤੀ ਲੜ ਕੇ ਰਾਜ ਖੋਹ ਲਿਆ ਅਤੇ ਆਗਰੇ ਲਾਲ ਕਿਲ੍ਹੇ ਦੇ ਅੰਦਰ ਉਸ ਨੂੰ ਕੈਦ ਕਰ ਦਿੱਤਾ। ਉਸ ਰਾਜੇ ਨੂੰ ਪਾਣੀ ਪੀਣ ਵਾਸਤੇ ਇੱਕ ਪਿਆਲਾ ਦਿੱਤਾ ਜਾਂਦਾ ਸੀ। ਸ਼ਾਹਜਹਾਨ, ਗਰਮੀ ਦਾ ਮਹੀਨਾ ਆ ਗਿਆ, ਉਸਨੇ ਆਪਣੇ ਪੁੱਤਰ ਨੂੰ ਇੱਕ ਚਿੱਠੀ ਲਿਖੀ ਕਿ ਹੇ ਪੁੱਤਰ, ਫਿਰ ਵੀ ਮੈਂ ਤੇਰਾ ਪਿਤਾ ਹਾਂ, ਕਮ ਸੇ ਕਮ ਮੇਰਾ ਤੂੰ ਥੋੜ੍ਹਾ ਜਿਹਾ ਤਾਂ ਲਿਹਾਜ਼ ਰੱਖ। ਮੈਂ ਤੈਨੂੰ ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਵੱਡਾ ਕਰਿਆ। ਜੇ ਰਾਜਸੀ ਸ਼ਕਤੀ ਦਾ ਵਿਰੋਧ ਸੀ, ਮੈਂ ਇਨਸਾਫ ਦੇ ਨਾਲ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਰਾਜ ਗੱਦੀ 'ਤੇ ਬਿਠਾਉਣਾ ਚਾਹੁੰਦਾ ਸੀ ਅਤੇ ਸਾਰੀ ਪਬਲਿਕ ਵੀ ਉਸ ਨੂੰ ਪਸੰਦ ਕਰਦਾ ਹੀ ਸੀ। ਤੂੰ ਇਸ ਗੱਲ ਦੇ ਉੱਤੇ ਉਸ ਨੂੰ ਮਾਰ ਦਿੱਤਾ ਅਤੇ ਮੇਰੇ ਦੂਸਰੇ ਪੁੱਤਰਾਂ ਕਾਮਰਾਨ ਵਗੈਰਾ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਮੈਂ ਇੰਨਾ ਤੂੰ ਸਖਤ ਦਿਲ ਹੋ ਕੇ ਵਰਤਿਆ ਕਿ ਮੈਨੂੰ ਵੀ ਲਾਲ ਕਿਲ੍ਹੇ ਦੇ ਅੰਦਰ ਇੱਕ ਕਮਰੇ ਦੇ ਅੰਦਰ ਕੈਦ ਕਰ ਦਿੱਤਾ। ਮੈਂ ਸਾਰਾ ਦਿਨ ਤਾਜ ਮਹਿਲ ਵੱਲ ਦੇਖਦਾ ਰਹਿਣਾ। ਕੋਈ ਦਰਿਆ ਚੱਲਦਾ, ਕੋਈ ਬੰਦਾ ਵੀ ਨਜ਼ਰ ਨਹੀਂ ਆਉਂਦਾ, ਅਤੇ ਮੈਨੂੰ ਜੋ ਸਹੀ ਤਕਲੀਫ ਹੈ ਉਹ ਮੈਂ ਤੈਨੂੰ ਦੱਸਦਾ ਕਿ ਮੈਨੂੰ ਇੱਕ ਪਿਆਲਾ ਜੋ ਪਾਣੀ ਦਾ ਮਿਲਦਾ ਹੈ
ਇਹ ਸਰਦੀਆਂ ਵਿੱਚ ਤਾਂ ਮੈਂ ਕਿਵੇਂ ਨਾ ਕਿਵੇਂ ਗੁਜ਼ਾਰਾ ਕਰ ਲਿਆ। ਹੁਣ ਮੈਨੂੰ ਪਿਆਸ ਲੱਗਦੀ ਹੈ ਤੇ ਇੱਕ ਪਿਆਲੇ ਦੇ ਨਾਲ ਮੇਰੀ ਪਿਆਸ ਨਹੀਂ ਬੁਝਦੀ। ਤੂੰ ਕਿਰਪਾ ਕਰਕੇ ਪਾਣੀ ਹੋਰ ਜ਼ਿਆਦਾ ਵਧਾ ਦੇ। ਕਾਸਦ ਨੂੰ ਚਿੱਠੀ ਦਿੱਤੀ। ਚਿੱਠੀ ਲੈ ਕੇ ਔਰੰਗਜ਼ੇਬ ਦੇ ਪਾਸ ਚਲਿਆ ਜਾਂਦਾ ਹੈ ਤੇ ਔਰੰਗਜ਼ੇਬ ਨੇ ਜਵਾਬ ਦਿੱਤਾ, ਕਹਿੰਦਾ ਇਹ ਬਾਦਸ਼ਾਹ ਠੀਕ ਹੈ, ਜੋ ਤਾਂ ਗੱਲਾਂ ਕਹੀਆਂ ਨੇ ਉਹ ਠੀਕ ਨੇ, ਪਰ ਰਾਜਸੀ ਸ਼ਕਤੀ ਆਪਣਿਆਂ ਨੂੰ ਮਾਰੇ ਤੇ ਬਗੈਰ ਨਹੀਂ ਪ੍ਰਾਪਤ ਹੋਇਆ ਕਰਦੀ। ਸੋ ਬਾਕੀ ਜੋ ਤੈਂ ਪਾਣੀ ਦੀ ਸ਼ਿਕਾਇਤ ਕੀਤੀ ਹੈ, ਮੈਨੂੰ ਇਹ ਪਤਾ ਲੱਗਦਾ ਹੈ ਕਿ ਪਾਣੀ ਤੇਰੇ ਕੋਲ ਆਪਣੀ ਲੋੜ ਤੋਂ ਵੱਧ ਹੈਗਾ। ਉਹਦਾ ਕਾਰਨ ਇਹ ਹੈ ਕਿ ਜੋ ਤੇਰੀ ਸਿਆਹੀ ਹੈ ਜਿਸ ਨਾਲ ਤੈਂ ਚਿੱਠੀ ਲਿਖੀ ਹੈ, ਉਹਦਾ ਰੰਗ ਫਿੱਕਾ ਹੈ ਤੇ ਪਾਣੀ ਜ਼ਿਆਦਾ ਤੂੰ ਉਸ ਵਿੱਚ ਪਾਉਣਾ ਹੈ ਤੇ ਉਹ ਇੱਕ ਘੁੱਟ ਪੀਣ ਵਾਸਤੇ ਤੇਰੇ ਕੋਲ ਸਵੇਅਰ ਹੈ। ਸੋ ਉਹੀ ਬਾਦਸ਼ਾਹ ਜਿਸ ਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ, ਤਾਜ ਮਹਿਲ ਬਣਾਇਆ, ਲਾਲ ਕਿਲ੍ਹਾ ਬਣਾਇਆ, ਤਖਤੇ ਤਾਊਸ ਬਣਾਇਆ ਤੇ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸੀ, ਕਿੱਥੇ ਚਲਿਆ ਗਿਆ? ਉਸ ਨੂੰ ਕੋਈ ਦਰਮੰਗਨ ਭਿਖ ਨਾ ਪਾਏਂਦਾ। ਨਦਰੋ ਪੱਠੀ ਜੇ ਕਰੇ ਸੁਲਤਾਨੋ ਕਾਹੋ ਕਰਾਏਂਦਾ। ਘਾਹ ਖੋਤਦੇ ਫਿਰਦੇ ਨੇ ਰਾਜੇ। ਸੋ ਇਸ ਕਰਕੇ ਜੋ ਰਾਜ ਦਾ ਮੱਧ ਹੈ ਉਹ ਠੀਕ ਨਹੀਂ ਹੋਇਆ ਕਰਦਾ। ਸ਼ਾਹੀ ਈਰਾਨ ਕਿੱਡਾ ਬੜਾ ਬਾਦਸ਼ਾਹ ਸੀ, ਸਾਰੀ ਦੁਨੀਆ 'ਚ ਧਾਂਕ ਬੈਠੀ ਹੋਈ ਸੀ। ਅਖੀਰ ਜਿਸ ਵਕਤ ਪੁੱਠਾ ਚੱਕਰ ਚੱਲਿਆ, ਨਜ਼ਰ ਪੁੱਠੀ ਹੋ ਗਈ ਪਰਮੇਸ਼ਰ ਦੀ, ਜੋ ਉਸ ਦੇ ਯਾਦ ਚੇਤੇ ਵੀ ਨਹੀਂ ਸੀ, ਤਾਂ ਉਸ ਨੂੰ ਕਿਸੇ ਦੇਸ਼ ਨੇ ਥਾਂ ਨਾ ਦਿੱਤਾ, ਕਬਰ ਬਣਾਉਣ ਜੋਗਾ ਥਾਂ ਨਾ ਦਿੱਤਾ। ਬੜੀ ਮੁਸ਼ਕਲ ਦੇ ਨਾਲ ਮਿਸਰ ਵਾਲੇ ਨੇ ਆਪਣੇ ਦੇਸ਼ ਦੇ ਅੰਦਰ ਥਾਂ ਦਿੱਤਾ। ਸੋ ਰਾਜ ਦਾ ਜੋ ਗੁਮਾਨ ਹੈ ਇਹ ਫਜ਼ੂਲ ਹੋਇਆ ਕਰਦਾ ਹੈ ਤੇ ਇਹ ਸਦਾ ਨਹੀਂ ਰਿਹਾ ਕਰਦਾ। ਦੂਸਰਾ ਮਾਲ ਦਾ ਅਭਿਮਾਨ ਹੈ। ਕਿਸੇ ਆਦਮੀ ਕੋਲ ਪੈਸਾ ਹੋ ਜਾਵੇ, ਬੈਂਕ ਬੈਲੈਂਸ ਹੋ ਜਾਵੇ, ਸਾਥੀਆਂ ਤੋਂ ਵੱਧ ਪੈਸਾ ਹੋ ਜਾਵੇ, ਆਪਣੇ ਸਾਥੀਆਂ ਨਾਲੋਂ ਵੱਧ ਚੰਗਾ ਮਕਾਨ ਹੋਵੇ, ਬੈਂਕ ਬੈਲੈਂਸ ਜ਼ਿਆਦਾ ਹੋਵੇ, ਉਹਦੇ ਮਨ ਵਿੱਚ ਪੋਲਿਊਸ਼ਨ ਆ ਜਾਂਦੀ ਹੈ ਤੇ ਉਹ ਸਮਝਦਾ ਹੈ ਕਿ ਮੈਂ ਅਮੀਰ ਹਾਂ, ਇਹ ਗਰੀਬ ਨੇ। ਉਹ ਫਿਰ ਉਹ ਜਿਹੜਾ ਅਭਿਮਾਨ ਹੈ ਉਹ ਹਰ ਵਕਤ ਉਹਦੇ ਮਨ ਵਿੱਚ ਬਣਿਆ ਰਹਿੰਦਾ। ਲੇਕਿਨ ਮਾਲ ਦਾ ਤਾਂ ਕੋਈ ਅੰਤ ਨਹੀਂ ਹੈ ਸਾਧ ਸੰਗਤ ਜੀ। ਮਹਿਮੂਦ ਗਜ਼ਨਵੀ ਨੇ ਹਿੰਦੁਸਤਾਨ ਦੇ ਉੱਤੇ 16 ਹਮਲੇ ਕੀਤੇ। ਐਸਾ ਲਿਖਿਆ ਹੋਇਆ ਹੈ ਕਿ 300 ਗੱਡਾ ਭਰ ਕੇ ਉਸ ਨੇ ਸੋਨੇ ਜਵਾਹਰਾਤ ਦਾ ਗਜ਼ਨੀ ਵਿੱਚ ਭੇਜਿਆ। ਜੇ ਇੱਕ ਲੁੱਟ ਦਾ ਉਸ ਵੇਲੇ ਦੀ ਕੀਮਤ ਦੇ ਨਾਲ ਹਿਸਾਬ ਲਾਈਏ ਤਾਂ ਇਕੱਲੇ ਸੋਮਨਾਥ ਦੇ ਮੰਦਰ ਦੇ ਵਿੱਚੋਂ 4 ਅਰਬ ਰੁਪਈਆ, ਜਿਹੜਾ ਕਿ ਹੁਣ ਖਰਬਾਂ ਤੋਂ ਵੀ ਵੱਧ ਹੈ, ਉਹ ਉਸਨੇ ਲੁੱਟਿਆ। ਲੇਕਿਨ ਉਹੀ ਮਾਲ ਉਸਦੇ ਕੋਲ ਜਿਸ ਵਕਤ ਉਸ ਨੂੰ ਪੈਰਾਲਾਈਸਿਸ ਦਾ ਦੌਰਾ ਪੈ ਗਿਆ, ਉਸ ਵੇਲੇ ਕੋਈ ਬੱਸ ਨਹੀਂ ਚੱਲਦਾ। ਉੱਤਰਾਧਿਕਾਰੀ ਉਸ ਦਾ ਬਹੁਤਾ ਕਾਬਲ ਨਹੀਂ। ਫਿਕਰ ਉਸ ਦੇ ਮਨ ਵਿੱਚ ਵੱਡ ਖਾਂਦਾ ਹੈ ਕਿ ਇੰਨਾ ਮੈਂ ਧਨ ਲੁੱਟ ਕੇ ਲਿਆਂਦਾ ਹੈ, ਇਹ ਕਿਸ ਕੰਮ? ਮੈਂ ਹਜ਼ਾਰਾਂ ਹੀ ਜਾਨਾਂ ਮਾਰ ਦਿੱਤੀਆਂ ਇਸ ਧਨ ਨੂੰ ਲੁੱਟਣ ਵਾਸਤੇ ਤੇ ਐਸੇ ਬੇਅਸੂਲੇ ਕੰਮ ਕੀਤੇ ਕਿ ਆਉਣ ਵਾਲਾ ਇਤਿਹਾਸ ਮੈਨੂੰ ਕਦੇ ਮਾਫ਼ ਨਹੀਂ ਕਰੇਗਾ। ਜ਼ਾਲਮਾਂ ਦੀ ਕਟਹਿਰੇ ਦੇ ਅੰਦਰ ਮੈਨੂੰ ਖੜਾ ਕਰੇਗਾ। ਰੱਬ ਦੀ ਕਚਹਿਰੀ ਵਿੱਚ ਜਾ ਕੇ ਮੈਨੂੰ ਇਹ ਕੀਤੀ ਦਾ ਫਲ ਭੁਗਤਣਾ ਪਏਗਾ। ਉਸ ਵੇਲੇ ਉਸਨੇ ਇੱਕ ਗੱਲ ਕਹੀ ਕਿ ਜਿੰਨਾ ਮੈਂ ਲੁੱਟਿਆ, ਜਿੰਨਾ ਮੇਰਾ ਖਜ਼ਾਨਾ ਹੈ, ਉਹ ਡਿਸਪਲੇ ਕੀਤਾ ਜਾਵੇ। ਤੇ ਉਹ ਹੁਕਮ ਦੀ ਤਾਮੀਰ ਹੋਈ ਤੇ ਫਰਲਾਂਗਾਂ ਦੀ ਦੂਰੀ ਦੇ ਵਿੱਚ ਕਈ ਲਾਈਨਾਂ ਲਾ ਕੇ ਸਾਰਾ ਮਾਲ ਰੱਖਿਆ ਗਿਆ ਤੇ ਹਰੇਕ ਦੇ ਉੱਤੇ ਲਿਖ ਕੇ ਕਾਗਜ਼ਾਂ ਤੇ ਇਹ ਲਾਇਆ ਗਿਆ ਕਿ ਇਹ ਫਲਾਣੇ ਥਾਂ ਤੋਂ ਲੁੱਟਿਆ ਸੀ, ਇਹ ਫਲਾਣੇ ਥਾਂ ਦੀ ਲੁੱਟ ਹੈ, ਇਹ ਫਲਾਣੇ ਥਾਂ ਦੀ ਲੁੱਟ ਹੈ। ਦੇਖਦਾ ਜਾਂਦਾ ਹੈ, ਕੁਰਸੀ ਤੇ ਬੈਠਾ ਪਈਆਂ ਵਾਲੀ ਤੇ ਕਦੇ ਇੱਧਰ ਦੇਖਦਾ ਹੈ, ਕਦੇ ਇੱਧਰ ਦੇਖਦਾ, ਹੱਥ ਨਾਲ ਇਸ਼ਾਰਾ ਕਰਦਾ, ਮੈਨੂੰ ਦੇਖ ਤਾਂ ਲੈਣ ਦਿਓ ਮੈਂ ਕੀ ਲੁੱਟ ਕੇ ਲਿਆਂਦਾ। ਅਖੀਰ ਰੋਣ ਲੱਗ ਗਿਆ, ਚੱਕਰ ਪੂਰਾ ਹੋ ਗਿਆ। ਉਸ ਵੇਲੇ ਬੋਲਿਆ ਨਹੀਂ ਜਾਂਦਾ, ਟੁੱਟਵੀਂ ਜ਼ੁਬਾਨ 'ਚ ਕਹਿੰਦਾ ਹੈ ਕਿ ਮੇਰਾ ਪੰਧਨਾਮਾ ਲਿਖ। ਉਸ ਪੰਧਨਾਮੇ 'ਚ ਇੱਕ ਗੱਲ ਉਸਨੇ ਲਿਖਾਈ ਕਿ ਜਦ ਮੇਰਾ ਜਨਾਜ਼ਾ ਨਿਕਲੇ ਉਸ ਵੇਲੇ ਮੇਰੇ ਹੱਥ ਤੇ ਪੈਰ ਕਫਨ ਦੇ ਵਿੱਚੋਂ ਬਾਹਰ ਕੱਢ ਦੇਣੇ ਤੇ ਪਿੱਛੇ ਇੱਕ ਢੰਡੋਰਚੀ ਇਹ ਰੌਲਾ ਪਾਉਂਦਾ ਜਾਵੇ, ਐਲਾਨ ਕਰਦਾ ਜਾਵੇ ਕਿ ਇਹ ਮਹਿਮੂਦ ਗਜ਼ਨਵੀ, ਜਿਸ ਦੇ ਖਜ਼ਾਨੇ ਦਾ ਕੋਈ ਆਰ ਪਾਰ ਨਹੀਂ ਹੈ, ਬੇਅੰਤ ਧਨ ਜਿਸ ਦੇ ਪਾਸ ਸੀ, ਇਹ ਦੁਨੀਆ ਵਾਲੇ ਦੇਖੋ, ਇਸ ਦੇ ਹੱਥ ਵੀ ਖਾਲੀ ਨੇ ਤੇ ਪੈਰ ਵੀ ਨੰਗੇ ਨੇ।
ਕਬੀਰੇ ਤਨ ਜਾਹੇਗਾ ਸਕੋ ਤੋ ਲਿਓ ਹੋਰ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ ਕਹਿੰਦੇ ਨੇ ਜਿਨ੍ਹਾਂ ਕੋਲ 100 ਖਰਬ ਰੁਪਈਆ ਵੀ ਹੈ, ਉਹ ਵੀ ਕੋਈ ਐਸਾ ਇੰਤਜ਼ਾਮ ਨਹੀਂ ਕਰ ਸਕੇ ਕਿ ਆਪਣੇ ਨਾਲ ਇੱਕ ਕੌਡੀ ਵੀ ਨਾਲ ਲੈ ਕੇ ਚਲੇ ਜਾਣ। ਸੋ ਇਸ ਮਾਲ ਦਾ ਅਪਮਾਨ ਕਰਨਾ ਮੂਰਖਤਾ ਹੋਇਆ ਕਰਦਾ। ਸੋ ਤੀਸਰਾ ਅਪਮਾਨ ਰੂਪ ਦਾ ਹੋਇਆ ਕਰਦਾ। ਰੂਪ ਵੀ ਜਿਸ ਵਕਤ ਜਾਣ 'ਤੇ ਆਉਂਦਾ ਹੈ, ਉਸ ਵੇਲੇ ਕਿਤੇ ਜੋਬਨ ਪ੍ਰੀਤ ਮੈਨੂੰ ਸੁੱਕ ਗਏ ਕਮਲਾਏ, ਸੁੱਕ ਕੇ ਕਮਲਾ ਜਾਂਦਾ ਹੈ। ਪਛਾਣਿਆ ਨਹੀਂ ਜਾਂਦਾ ਬੰਦਾ, ਦੰਦ ਨਿਕਲ ਜਾਂਦੇ ਨੇ, ਕੰਨ ਸੁਣਨ ਤੋਂ ਹਟ ਜਾਂਦੇ ਨੇ, ਅੱਖਾਂ ਦੇਖਣ ਤੋਂ ਹਟ ਜਾਂਦੀਆਂ, ਪੈਰ ਚੱਲਦੇ ਨਹੀਂ ਹਨ ਅਤੇ ਹੱਥ ਕੋਈ ਕੰਮ ਨਹੀਂ ਕਰ ਸਕਦੇ। ਬਾਬਾ ਫਰੀਦ ਜੀ 95 ਸਾਲ ਦੀ ਉਮਰ ਵਿੱਚ ਆਪ ਹੋ ਗਏ ਅਤੇ ਇੱਕ ਦਿਨ ਆਪ ਪਲੰਘ 'ਤੇ ਪਏ ਨੇ। ਫੜ ਕੇ ਉਹਨਾਂ ਨੂੰ ਉਠਾਇਆ ਜਾਂਦਾ ਹੈ ਅਤੇ ਫੜ ਕੇ ਉਹਨਾਂ ਨੂੰ ਪਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਪਿਆਸ ਲੱਗੀ। ਸੇਵਾਦਾਰ ਕੋਈ ਕੋਲ ਨਾ ਹੋਣ ਕਰਕੇ ਉਹਨਾਂ ਦੇ ਮਨ ਵਿੱਚ ਆਇਆ ਕਿ ਮੈਂ ਆਪ ਪਾਣੀ ਚੁੱਕ ਕੇ ਪੀ ਲਵਾਂ। ਪਾਣੀ ਬਹੁਤੀ ਦੂਰ ਨਹੀਂ ਸੀ, ਲੇਕਿਨ ਹੱਥ ਦੀ ਪਹੁੰਚ ਤੋਂ ਥੋੜ੍ਹਾ ਜਿਹਾ ਦੂਰ ਸੀ। ਬਾਂਹ ਲੰਮੀ ਕੀਤੀ ਲੇਕਿਨ ਉੱਥੇ ਨਾ ਗਈ। ਹਿੰਮਤ ਕੀਤੀ ਕਿ ਮੈਂ ਉੱਠ ਕੇ ਬੈਠ ਜਾਵਾਂ, ਪਰ ਉੱਠ ਨਾ ਸਕੇ। ਉਸ ਵੇਲੇ ਬਾਬਾ ਫਰੀਦ ਜੀ ਨੇ ਕਿਹਾ ਕਿ ਫਰੀਦਾ ਚੱਬਣ ਚਲਨ ਰਤਨ ਸੇ ਸੁਣੀਆਂ ਵਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ। ਕਿੱਥੇ ਗਈਆਂ ਉਹ ਅੱਖਾਂ ਜਿਨ੍ਹਾਂ ਨਾਲ ਮੀਲਾਂ ਦੀ ਦੂਰੀ ਤੱਕ ਦੇਖਦਾ ਸੀ? ਕਿੱਥੇ ਗਏ ਉਹ ਕੰਨ ਦੂਰ ਤੋਂ ਗੱਲ ਸੁਣ ਲੈਂਦਾ ਸੀ? ਕਿੱਥੇ ਗਏ ਦੰਦ ਜਿਨ੍ਹਾਂ ਨਾਲ ਪੱਥਰ ਵੀ ਚੱਬ ਲੈਂਦਾ ਸੀ? ਕਿੱਥੇ ਗਏ ਉਹ ਹੱਥ ਜਿਨ੍ਹਾਂ ਦੇ ਨਾਲ ਤੂੰ ਬੜੇ ਬੜੇ ਕੰਮ ਕਰਦਾ ਸੀ? ਕਿੱਥੇ ਗਏ ਉਹ ਪੈਰ ਜਿਨ੍ਹਾਂ ਦੇ ਨਾਲ ਤੂੰ ਤੁਰ ਕੇ ਪੈਦਲੇ ਤੁਰਦਾ ਰਹਿੰਦਾ ਸੀ? ਇਹਨੀ ਨਿੱਕੀ ਜੰਗਿਆਂ ਥਲ ਡੂਗਰ ਭਵਿਓ ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥੀਮ। ਅੱਜ ਇੱਕ ਕੁੱਜਾ ਪਾਣੀ ਦਾ ਮੈਂ ਜਿਹੜਾ ਲੋਟਾ ਪਿਆ, ਮੈਨੂੰ ਐਂ ਲੱਗਦਾ ਕਿ 100 ਕੋਹਾਂ 'ਤੇ। ਸੋ ਇਹ ਰੂਪ ਅਤੇ ਜੋਵਨ ਇਹ ਸਦਾ ਨਹੀਂ ਰਿਹਾ ਕਰਦੇ। ਬਾਕੀ ਜਾਤ ਹੈ ਆਦਮੀ ਦੀ, ਜਾਤ ਦਾ ਮਾਣ ਕਾਹਦਾ ਹੈ? ਮਾਣ ਤਾਂ ਜਾਤ ਨੂੰ ਕੋਈ ਨਹੀਂ ਪੁੱਛਦਾ, ਇੱਕ ਐਵੇਂ ਪੋਲਿਊਸ਼ਨ ਹੈ। ਸੋ ਇੱਕ ਮਾਣ ਹੋਇਆ ਕਰਦਾ ਵਿੱਦਿਆ ਦਾ। ਇੱਕ ਆਦਮੀ ਪੜ੍ਹ ਗਿਆ, ਪੜ੍ਹ ਕੇ ਉੱਚੀ ਵਿੱਦਿਆ ਪ੍ਰਾਪਤ ਕਰ ਲਈ, ਕੋਈ ਡਾਕਟਰ ਬਣ ਗਿਆ, ਕੋਈ ਸਾਇੰਸਦਾਨ ਬਣ ਗਿਆ, ਕੋਈ ਹਿਸਟਰੀ ਦੇ ਅੰਦਰ ਕਿਸੇ ਨੇ ਡਾਕਟਰੇਟ ਕਰ ਲਈ, ਕਿਸੇ ਨੇ ਹੋਰ ਕਿਸੇ ਨਾਲ ਕਰ ਲਈ। ਨਤੀਜਾ ਕੀ ਹੋਏਗਾ ਕਿ ਉਸ ਵਿੱਦਿਆ ਦਾ ਅਪਮਾਨ ਮਨ ਵਿੱਚ ਪੈ ਕੇ ਉਸ ਦੇ ਹਿਰਦੇ ਦੇ ਅੰਦਰ ਸੁਭਾਵਿਕ ਇਹ ਖਿਆਲ ਬੈਠ ਜਾਏਗਾ ਕਿ ਬਾਕੀ ਲੋਕ ਜਿਹੜੇ ਨੇ ਉਹ ਕੁਛ ਨਹੀਂ ਜਾਣਦੇ, ਮੇਰੇ ਜਿੰਨੇ ਪੜ੍ਹੇ ਹੋਏ ਨਹੀਂ ਹਨ। ਅਤੇ ਜੇ ਕਿਸੇ ਸਤਪੁਰਸ਼ ਨੂੰ ਦੇਖੇਗਾ, ਉਸ ਦਾ ਉਚਾਰਨ ਦਾ ਕੋਈ ਅੱਖਰ ਜੇ ਗਲਤ ਹੋ ਗਿਆ, ਉਸੇ ਵੇਲੇ ਨੁਕਸ ਕੱਢੇਗਾ ਕਿ ਇਸ ਨੂੰ ਸ਼ੁੱਧ ਉਚਾਰਨ ਕਰਨਾ ਨਹੀਂ ਆਉਂਦਾ। ਪਰ ਇਹ ਬਾਤ ਭੁੱਲ ਜਾਂਦਾ ਹੈ ਕਿ ਗੁਰੂ ਮਹਾਰਾਜ ਇਸ ਗੱਲ ਨੂੰ ਨਹੀਂ ਕਹਿੰਦੇ। ਗੁਰੂ 10ਵੇਂ ਪਾਤਸ਼ਾਹ ਜੀ ਦੇ ਪਾਸ ਇੱਕ ਮਾਈ ਆਈ। ਉਹ ਮਾਈ ਨੇ ਆ ਕੇ ਕਿਹਾ, ਸੱਚੇ ਪਾਤਸ਼ਾਹ ਤੂੰ ਤਾਂ ਪਤਤ ਹੈ, ਮੈਂ ਪਤਤ ਪਾਵਨ। ਸੱਚੇ ਪਾਤਸ਼ਾਹ ਤੂੰ ਦੀਨ ਹੈ, ਮੈਂ ਦੀਨ ਦਿਆਲ। ਸਿੰਘਾਂ ਨੇ ਕਿਹਾ, ਮਾਈ ਸੋਚ ਕੇ ਬੋਲ, ਉਲਟੀ ਗੱਲ ਕਹਿੰਦੀ ਆ, ਨਾਰਾਜ਼ ਹੋਏ। ਮਹਾਰਾਜ ਕਹਿੰਦੇ, ਨਾਮ ਪ੍ਰੇਮੀਓ ਨਾਰਾਜ਼ ਨਾ ਹੋ। ਇਹ ਜਿਹੜਾ ਕੁਛ ਕਹਿਣਾ ਚਾਹੁੰਦੀ ਹੈ ਉਹ ਅਸੀਂ ਜਾਣਦੇ ਹਾਂ। ਅੱਖਰਾਂ ਦਾ ਹੇਰ ਫੇਰ ਹੈ, ਪਰ ਹਿਰਦੇ ਦਾ ਹੇਰ ਫੇਰ ਨਹੀਂ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੀ। ਸੋ ਇਸ ਤਰ੍ਹਾਂ ਪੜ੍ਹਿਆ ਹੋਇਆ ਬੰਦਾ ਗਲਤੀਆਂ ਕੱਢਦਾ, ਨੁਕਸ ਛਾਂਟਦਾ, ਤਰਕ ਕਰਦਾ, ਕਿਉਂਕਿ ਉਹ ਪੜ੍ਹਾਈ ਦੇ ਨਾਲ ਉਹਦਾ ਮਨ ਪੋਲਿਊਟ ਹੋ ਗਿਆ। ਲੇਕਿਨ ਮਹਾਰਾਜ ਕਹਿੰਦੇ ਵੀ ਇਹ ਪੜ੍ਹਿਆ ਹੋਇਆ ਤਾਂ ਨਹੀਂ ਹੈ। ਜਿਸ ਬੰਦੇ ਨੇ ਪੜ੍ਹ ਕੇ ਆਪਣੇ ਆਪ ਨੂੰ ਪੈਸ਼ਨਸ ਤੋਂ ਉੱਪਰ ਨਹੀਂ ਕੀਤਾ, ਫਰੀ ਨਹੀਂ ਕੀਤਾ, ਉਹੀ ਕਾਮ ਉਸ ਦੇ ਅੰਦਰ ਚੱਲਦਾ ਹੈ, ਉਹੀ ਕ੍ਰੋਧ ਉਹਦੇ ਅੰਦਰ ਚੱਲਦਾ ਹੈ, ਉਹੀ ਲੋਭ ਉਸ ਦੇ ਅੰਦਰ ਹੈ, ਉਹੀ ਮੋਹ ਹੈ ਅਤੇ ਉਹੀ ਅਭਿਮਾਨ ਹੈ। ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ਿਆਂ ਦਾ ਗੁਲਾਮ ਬਣਿਆ ਹੋਇਆ ਹੈ ਅਤੇ ਈਰਖਾ ਉਹਦੇ ਅੰਦਰ ਚੱਲਦੀ ਹੈ, ਨਿੰਦਿਆ ਦੀ ਧਾਰ ਚੱਲ ਰਹੀ ਹੈ ਅਤੇ ਚੁਗਲੀਆਂ ਕਰਦਾ ਹੈ, ਆਸਾ ਦੇ ਵਿੱਚ ਰਹਿੰਦਾ, ਅੰਦੇਸ਼ੇ 'ਚ ਰਹਿੰਦਾ ਹੈ ਅਤੇ ਤ੍ਰਿਸ਼ਨਾ ਦੇ ਜਾਲ ਵਿੱਚ ਫਸਿਆ ਹੋਇਆ ਹੈ। ਮਹਾਰਾਜ ਕਹਿੰਦੇ ਉਹਨੂੰ ਪੜ੍ਹਿਆ ਹੋਇਆ ਕਹਿੰਦੇ ਹੋ? ਉਹ ਨਹੀਂ ਪੜ੍ਹਿਆ ਹੋਇਆ। ਅਤੇ ਮਹਾਰਾਜ ਕੀ ਹੋਇਆ? ਮਹਾਰਾਜ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ, ਜਿਸ ਵਿੱਚ ਲੱਭ ਲੋਭ ਹੰਕਾਰ। ਜਿਹਦੇ ਵਿੱਚ ਇਹ ਚੀਜ਼ਾਂ ਨੇ ਉਹ ਪੜ੍ਹਿਆ ਹੋਇਆ ਨਹੀਂ ਹੈ, ਉਹ ਤਾਂ ਮੂਰਖ ਬੰਦਾ ਹੈ, ਗੁਲਾਮ ਹੋਇਆ ਫਿਰਦਾ ਇਹਨਾਂ ਚੀਜ਼ਾਂ ਦਾ। ਅੱਖਰਾਂ ਮੁੱਖ ਬਰਮ ਹੈ। ਇਹ ਵਿੱਦਿਆ ਕਿਸੇ ਕੰਮ ਨਹੀਂ ਹੈ। ਮਨਮੁਖ ਦੀ ਵਿੱਦਿਆ, ਮਨਮੁਖ ਵਿੱਦਿਆ ਵਿਕਰਦਾ ਵਿਖ ਖੱਟੇ ਵਿਖ ਖਾਏ। ਉਹ ਤਾਂ ਪੋਇਜ਼ਨ ਦੀ ਵਿੱਦਿਆ ਹੈ, ਅਸਲੀ ਵਿੱਦਿਆ ਨਹੀਂ। ਵਿੱਦਿਆ ਉਹ ਹੁੰਦੀ ਹੈ ਜਿਹਨੂੰ ਪੜ੍ਹ ਕੇ ਆਦਮੀ ਜੰਮਣ ਮਰਨ ਦੇ ਚੱਕਰ 'ਚੋਂ ਛੁੱਟ ਜਾਵੇ।
ਜਮਦੂਤਾਂ ਦੀ ਮਾਰ ਤੋਂ ਬਚ ਜਾਵੇ। ਉਹ ਤਾਂ ਪੜ੍ਹਿਆ ਹੋਇਆ ਹੁੰਦਾ ਹੈ, ਨਾਨਕ ਸੋ ਪੜ੍ਹਿਆ ਸੋ ਪੰਡਤ ਬੀਨਾ, ਜਿਸ ਰਾਮ ਨਾਮ ਗਲ ਹਾਰ। ਜਿਹਦੇ ਗਲ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਹਾਰ ਪਿਆ ਹੋਇਆ ਹੈ ਤੇ ਹਰ ਵਕਤ ਉਸ ਪਰਮ ਸ਼ਕਤੀ ਨੂੰ ਯਾਦ ਰੱਖਦਾ ਹੈ, ਸਿਮਰਦਾ ਰਹਿੰਦਾ ਹੈ, ਜਿਸ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਬਣਾਇਆ ਹੈ ਤੇ ਜਿਹੜੀ ਬਣਾਉਣ ਤੋਂ ਬਾਅਦ ਹਰੇਕ ਦੇ ਘਟ ਘਟ ਦੇ ਵਿੱਚ ਵਿਆਪ ਹੋ ਕੇ ਨਾਲ ਕੰਮ ਕਰ ਰਹੀ ਹੈ ਤੇ ਇਸ ਨੂੰ ਜੀਵਨ ਦਾਨ ਦੇ ਰਹੀ ਹੈ। ਕਹਿੰਦੇ ਜਿਹੜਾ ਉਸ ਨੂੰ ਨਹੀਂ ਯਾਦ ਰੱਖਦਾ ਉਹ ਨਹੀਂ ਹੈ, ਪੜ੍ਹਿਆ ਹੋਇਆ ਉਹ ਹੈ ਜਿਹੜਾ ਜਾਣਦਾ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵਕਤ ਪੜ੍ਹਨ ਵਾਸਤੇ ਭੇਜਿਆ ਪਾਧੇ ਦੇ ਪਾਸ, 7 ਸਾਲ ਦੀ ਉਮਰ ਸੀ, ਮਹਿਤਾ ਕਾਲੂ ਜੀ ਉਹਨਾਂ ਨੂੰ ਲੈ ਕੇ ਪੰਡਤ ਜੀ ਦੇ ਪਾਸ ਆ ਗਏ। ਪਾਧਾ ਜੀ ਕਿਹਾ ਕਰਦੇ ਸੀ ਉਹਨਾਂ ਦਿਨਾਂ 'ਚ। ਉੱਥੇ ਗੁਰੂ ਨਾਨਕ ਨੂੰ ਸਕੂਲ ਵਿੱਚ ਦਾਖਲ ਕਰ ਲਿਆ। ਦੂਸਰੇ ਦਿਨ ਪਾਧੇ ਨੇ ਕਿਹਾ ਕਿ ਹੇ ਨਾਨਕ, ਕੱਲ੍ਹ ਤੋਂ ਤੇਰੀ ਪੜ੍ਹਾਈ ਸ਼ੁਰੂ ਹੋਏਗੀ, ਅੱਜ ਤੂੰ ਮੁੰਡਿਆਂ ਨਾਲ ਮਿਲ ਜੋ ਕੇ ਗੱਲਾਂ ਕਰ ਲੈ, ਕੁਝ ਫੈਮਲੀਅਰ ਹੋ ਜਾ ਥੋੜ੍ਹਾ। ਕੱਲ੍ਹ ਨੂੰ ਤੂੰ ਇੱਕ ਕਲਮ ਦਵਾਤ ਲਿਆਈ, ਇੱਕ ਫੱਟੀ ਲਿਆਈ ਤੇ ਗਾਜਣੀ ਇੱਥੋਂ ਮਿਲ ਜਾਏਗੀ, ਧੋਣ ਦਾ ਬੰਦੋਬਸਤ ਇੱਥੇ ਹੈਗਾ ਤੇ ਮੈਂ ਤੈਨੂੰ ਕੁਛ ਲਿਖ ਕੇ ਦੇਵਾਂ। ਸੋ ਦੂਸਰੇ ਦਿਨ ਗੁਰੂ ਨਾਨਕ ਪਾਤਸ਼ਾਹ ਫੱਟੀ ਲੈ ਕੇ ਆ ਗਏ। ਤਾਂ ਉਸ ਵੇਲੇ ਜਦੋਂ ਇਹਨਾਂ ਦੀ ਵਾਰੀ ਆਈ ਤਾਂ ਕਹਿਣ ਲੱਗੇ, ਨਾਨਕ ਆ ਤੈਨੂੰ ਮੈਂ ਪੜ੍ਹਨਾ ਸਿਖਾਵਾਂ। ਉਸ ਵੇਲੇ ਉਹਨਾਂ ਨੇ ਫੱਟੀ ਦੇ ਉੱਤੇ ਅਲੰਕਾਰ ਇਹ ਮੰਗਲਾਚਰਨ ਲਿਖ ਦਿੱਤਾ, ਓਮ ਸਿੱਧਮ ਨਮੋ ਸਿੱਧਮ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਇਹ ਕੀ ਲਿਖਿਆ? ਮੂੰਹ ਵੱਲ ਦੇਖਣ ਲੱਗ ਗਿਆ ਵੀ ਹੈ ਅਜੇ ਬੱਚਾ ਸਕੂਲ ਵਿੱਚ ਦਾਖਲ ਹੋਇਆ ਹੈ ਤੇ ਮੈਨੂੰ ਇਹ ਪੁੱਛਦਾ ਕਿ ਇਹ ਕੀ ਲਿਖਿਆ। ਕਹਿਣ ਲੱਗੇ, ਮੈਂ ਮੰਗਲਾਚਰਨ ਲਿਖਿਆ ਨਾਨਕ। ਕਹਿੰਦੇ, ਕੀ ਤੁਸੀਂ ਇਹਦਾ ਮਤਲਬ ਜਾਣਦੇ ਹੋ? ਕਹਿੰਦੇ, ਹਾਂ, ਮੈਂ ਪਰਮੇਸ਼ਰ ਨੂੰ ਕਿਹਾ, ਸ਼ਬਦ ਰੂਪ ਪਰਮੇਸ਼ਰ ਨੂੰ, ਸ਼ਬਦ ਵਰਨ ਨੂੰ ਕਿ ਨਮਸਕਾਰ ਕਰਕੇ ਕਿਹਾ ਵੀ ਇਹ ਕੰਮ ਸਿੱਧ ਹੋਵੇ ਮੇਰਾ। ਮਹਾਰਾਜ ਕਹਿੰਦੇ, ਤੁਸੀਂ ਪੰਡਤ ਜੀ ਪਾਧਾ ਜੀ ਉਸ ਪਰਮੇਸ਼ਰ ਨੂੰ ਜਾਣਦੇ ਹੋ ਕਿ ਸੁਣਿਆ ਸੁਣਾਇਆ ਹੀ ਹੈ? ਉਹ ਕਲਮ ਜੀ ਦੇ ਨਾਲ ਲਿਖਣ ਲੱਗਿਆ ਸੀ, ਪਿਛਲੇ ਹਟਾ ਕੇ ਮੂੰਹ 'ਚ ਪਾ ਲਈ। ਕਹਿਣ ਲੱਗਿਆ, ਹੈ ਐਸਾ ਸਟੂਡੈਂਟ ਅੱਜ ਤੱਕ ਤਾਂ ਕੋਈ ਨਹੀਂ ਮੇਰੇ ਕੋਲ ਆਇਆ, ਪੜ੍ਹਾਉਂਦੇ ਨਹੀਂ ਮੇਰੀ ਸਾਰੀ ਜ਼ਿੰਦਗੀ ਲੰਘ ਗਈ ਤੇ ਅਜੇ ਜਵਾਬ ਨਹੀਂ ਦੇ ਸਕਿਆ ਤੇ ਸੋਚ ਰਿਹਾ। ਮਹਾਰਾਜ ਕਹਿੰਦੇ, ਕਿਉਂ ਪਾਧਾ ਜੀ, ਤੁਸੀਂ ਉਹਨੂੰ ਜਾਣਦੇ ਹੋ ਕਿ ਸੁਣਿਆ ਸੁਣਾਇਆ? ਕਹਿੰਦਾ, ਨਾਨਕ ਮੈਂ ਤਾਂ ਸੁਣਿਆ ਸੁਣਾਇਆ, ਮੈਂ ਨਹੀਂ ਉਹਨੂੰ ਜਾਣਦਾ ਬਈ। ਕਹਿੰਦੇ, ਅੱਛਾ ਫਿਰ ਤੁਸੀਂ ਮੈਨੂੰ ਕੀ ਪੜ੍ਹਾਉਣ ਲੱਗੇ ਹੋ? ਕਹਿੰਦੇ, ਤੈਨੂੰ ਮੈਂ ਹਿਸਾਬ ਪੜ੍ਹਾਉਣਾ, ਅੱਖਰਾਂ ਦੀ ਵਿਦਿਆ ਪੜ੍ਹਾਉਣੀ ਹੈ, ਤੈਨੂੰ ਮੈਂ ਡੈਬਿਟ ਕ੍ਰੈਡਿਟ ਪੜ੍ਹਾਉਣਾ ਹੈ ਤੇ ਬੈਲੈਂਸ ਰੋਕੜ ਬਹੀ ਦਾ ਕੰਮ ਸਿਖਾਉਣਾ ਹੈ, ਬੈਲੈਂਸ ਕੱਢਣ ਦੀ ਜਾਂਚ ਦੱਸਣੀ ਹੈ, ਲੇਖਾ ਪੱਤਾ ਤੈਨੂੰ ਸਿਖਾਉਣਾ ਹੈ। ਨਾਨਕ ਮਹਾਰਾਜ ਜੀ ਕਹਿਣ ਲੱਗੇ, ਪਾਧਾ ਜੀ ਇਹ ਵਿਦਿਆ ਮੈਨੂੰ ਦਰਗਾਹ ਦੇ ਵਿੱਚ ਜਾ ਕੇ ਜਮਦੂਤਾਂ ਦੀ ਮਾਰ ਤੋਂ ਛੁਡਾ ਦੇਗੀ ਕਿ ਨਹੀਂ ਛੁਡਾਏਗੀ? ਪਾਧਾ ਕਹਿਣ ਲੱਗਿਆ, ਨਾਨਕ ਜੀ ਇਹ ਤੂੰ ਗੱਲਾਂ ਕਿੱਥੋਂ ਸਿੱਖ ਲਈਆਂ? ਇਹ ਵਿਦਿਆ ਨਹੀਂ ਉੱਥੇ ਛਡਾਇਆ ਕਰਦੀ, ਇਹ ਵਿਦਿਆ ਤਾਂ ਤੈਨੂੰ ਰੋਟੀ ਪਾਣੀ ਦੇ ਕਮਾਉਣ ਦੇ ਵਿੱਚ ਸਹਾਇਤਾ ਦੇ ਦੇਗੀ। ਮਹਾਰਾਜ ਕਹਿਣ ਲੱਗੇ, ਪਾਧਾ ਜੀ ਮੈਨੂੰ ਇਹ ਦੱਸੋ, ਰਿਜ਼ਕ ਕੌਣ ਦਿੰਦਾ ਹੈ? ਬੰਦਾ ਆਪਣੀ ਹਿੰਮਤ ਨਾਲ ਪੈਦਾ ਕਰਦਾ ਹੈ ਕਿ ਪਰਮੇਸ਼ਰ ਨੇ ਇਸ ਨੂੰ ਰਿਜ਼ਕ ਦਿੱਤਾ ਹੋਇਆ? ਜੇ ਬਿਮਾਰ ਹੋ ਜਾਵੇ ਤਾਂ ਬੰਦੇ ਦੀ ਹਿੰਮਤ ਕਿੱਥੇ ਚਲੀ ਜਾਂਦੀ ਹੈ? ਉਹੀ ਬੰਦਾ ਹੁੰਦਾ ਹੈ। ਤੇ ਮੈਂ ਤਾਂ ਸਾਰੇ ਸਤਿਪੁਰਸ਼ਾਂ ਤੋਂ ਇਹ ਸੁਣਿਆ ਹੈ ਕਿ ਰਿਜ਼ਕ ਪਰਮੇਸ਼ਰ ਪਹਿਲਾਂ ਦੇ ਕੇ ਭੇਜਦਾ ਹੈ। ਪਹਿਲੋਂ ਦੇ ਤਾਂ ਰਿਜ਼ਕ ਸੁਵਾਹਾ, ਪਿੱਛੋਂ ਦੇ ਤਾਂ ਜੰਤ ਉਪਾ। ਜ਼ਮੀਨ ਦੇ ਅੰਦਰ ਪਹਿਲਾਂ ਦਾਣੇ ਪੈਦਾ ਕਰਨ ਦੀ, ਉਗਣ ਦੀ ਸ਼ਕਤੀ ਪੈਦਾ ਕੀਤੀ ਹੈ ਤੇ ਬੇਅੰਤ ਚੀਜ਼ਾਂ ਬੰਦੇ ਦੇ ਵਾਸਤੇ ਪੈਦਾ ਕੀਤੀਆਂ, ਬੀਜ ਪੈਦਾ ਕੀਤੇ ਨੇ ਤੇ ਉਹ ਤਾਂ ਰਿਜ਼ਕ ਤਾਂ ਉਸਨੇ ਪੈਦਾ ਕੀਤਾ ਹੋਇਆ ਬੰਦੇ ਵਾਸਤੇ। ਤੇ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਇਹ ਤਾਂ ਕੋਈ ਬਾਤ ਨਾ ਹੋਈ ਪੜ੍ਹਾਈ ਦੀ। ਕੋਈ ਮੈਨੂੰ ਚੰਗੀ ਪੜ੍ਹਾਈ ਪੜ੍ਹਾਓ ਜਿਹਦੇ ਨਾਲ ਮੈਂ ਜਮਦੂਤਾਂ ਤੋਂ ਛੁੱਟਦਾ। ਹੈਰਾਨ ਹੋ ਕੇ ਪੁੱਛਿਆ, ਇਹ ਨਾਨਕ ਐਸੀ ਵੀ ਕੋਈ ਪੜ੍ਹਾਈ ਹੈ? ਮਹਾਰਾਜ ਕਹਿੰਦੇ, ਹਾਂ। ਕਹਿੰਦੇ, ਉਹ ਪੜ੍ਹਾਈ ਇਸ ਤਰ੍ਹਾਂ ਦੀ ਨਹੀਂ ਹੈ, ਉਹਦੀ ਸਿਆਹੀ ਵੀ ਹੋਰ ਹੈ, ਉਹਦਾ ਕਾਗਜ਼ ਵੀ ਹੋਰ ਹੈ, ਉਹਦੀ ਲਿਖਾਈ ਵੀ ਹੋਰ ਹੈ, ਉਹਦਾ ਟੀਚਰ ਵੀ ਹੋਰ ਹੈ। ਹੈਰਾਨ ਹੋ ਗਿਆ। ਗੱਲਾਂ ਸੁਣੀਆਂ ਸੀ ਗੁਰੂ ਨਾਨਕ ਬਾਰੇ, ਲੇਕਿਨ ਅੱਜ ਬਾਂਹ ਪੈ ਗਿਆ, ਨਿਮਰਤਾ ਦੇ ਘਰ ਵਿੱਚ ਆ ਗਿਆ। ਉਹ ਬਿਮਾਰ ਨਹੀਂ ਉਹਦੇ ਮਨ ਵਿੱਚ ਰਿਹਾ ਵੀ ਮੈਂ ਇਹਦਾ ਟੀਚਰ ਹਾਂ। ਸ਼ਰਧਾ ਦੇ ਭਾਵਨਾ 'ਚ ਆ ਕੇ ਕਹਿਣ ਲੱਗਿਆ, ਹੇ ਨਾਨਕ ਤੂੰ ਮੈਨੂੰ ਉਹ ਦੱਸ ਦੇ ਕਿਹੜੀ ਪੜ੍ਹਾਈ ਆ? ਮਹਾਰਾਜ ਕਹਿਣ ਲੱਗੇ, ਜਾਲ ਮੋਹ ਕਸ ਮਸ ਕਰ।
ਇਹ ਜਿਹੜਾ ਹੰਗਤਾ ਤੇ ਮਮਤਾ ਆਈ ਐਂਡ ਮਾਈ ਆਦਮੀ ਦੇ ਅੰਦਰ ਬੇਸਿਕ ਡਿਫੈਕਟ ਪੈ ਗਿਆ, ਤੇ ਜਿਹਨੇ ਇਹਨੂੰ ਪਰਮੇਸ਼ਰ ਦੇ ਨਾਲੋਂ ਤੋੜ ਕੇ ਜੀਵ ਬਣਾ ਦਿੱਤਾ। ਇਹਨੂੰ ਕਹਿੰਦੇ ਜਾਲ ਕੇ ਇਹਦੀ ਮੱਸ ਬਣਾ ਲੈ, ਸਿਆਹੀ ਬਣਾ ਲੈ। ਮਤ ਕਾਗਦ ਕਰ ਸਾਰ, ਜਿਹੜੀ ਕਾਪੀ ਲੈਣੀ ਹੈ ਉਹ ਸਾਰ ਮਤ ਦੀ ਲੈਣੀ ਹੈ, ਵਿਵੇਕ ਬਿਰਤੀ ਦੀ ਵੀ। ਸੱਤ ਇੱਥੇ ਵਾਹਿਗੁਰੂ ਹੈ, ਬਾਕੀ ਜਿੰਨਾ ਕੁਛ ਦ੍ਰਿਸ਼ਟਮਾਨ ਹੈ ਸਭ ਮਿਥਿਆ ਹੈ, ਬਦਲਣ ਵਾਲਾ ਹੈ। ਇਹ ਇੱਕ ਦਿਨ ਕੁਛ ਵੀ ਨਹੀਂ ਰਹੇਗਾ, ਖਤਮ ਹੋ ਜਾਏ ਤੇ ਇੱਕ ਪਰਮੇਸ਼ਰ ਰਹਿ ਜਾਏਗਾ। ਉਹ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋ ਇਸ ਤਰ੍ਹਾਂ ਕਾਗਜ਼ ਬਣਾ ਲੈਣਾ ਹੈ, ਭਾਉ ਕਲਮ ਕਰ ਚਿੱਤ ਲਿਖਾ ਜੀ। ਕਹਿੰਦੇ ਪਾਧਾ ਜੀ ਫੇਰ ਤੂੰ ਪਿਆਰ ਦੀ ਕਲਮ ਬਣਾ, ਡਿਵੋਸ਼ਨ ਦੀ ਕਲਮ ਬਣਾ, ਭਗਤੀ ਦੀ ਕਲਮ ਬਣਾ ਤੇ ਭਗਤੀ ਕਰ, ਪਰਮੇਸ਼ਰ ਦੇ ਨਾਲ ਪਿਆਰ ਕਰ ਤੇ ਚਿੱਤ ਨੂੰ ਲਿਖਾਰੀ ਬਣਾ, ਚਿੱਤ ਦੀ ਫੱਟੀ ਬਣਾ। ਆਪਣੇ ਅੰਤਸ਼ਕਰਨ ਦੇ ਅੰਦਰ ਜਿੱਥੇ ਪਿਆਰ ਹੈ ਉਹਦੀ ਫੱਟੀ ਬਣਾ, ਹਿਰਦਾ ਖੋਲ ਦੇ ਉਹਦੇ ਵਾਸਤੇ, ਲਿਖਣ ਵਾਸਤੇ। ਗੁਰਪੁੱਛ ਲਿਖ ਵਿਚਾਰ। ਫਿਰ ਟੀਚਰ ਜਿਹੜਾ ਉਹ ਸਮਰੱਥ ਗੁਰੂ ਟੋਲ ਕਿਤੇ, ਪੂਰਨ ਗੁਰੂ ਅਨੁਭਵੀ ਮਹਾਂਪੁਰਸ਼ ਟੋਲ, ਜਿਹੜਾ ਤੈਨੂੰ ਸੱਤ ਦੀ ਲਖਤਾ ਕਰਾ ਕੇ ਸੱਤ ਦੇ ਨਾਲ ਜੋੜ ਦੇਵੇ। ਤੇ ਫਿਰ ਲਿਖ ਫੱਟੀ ਦੇ ਉੱਤੇ, ਲਿਖ ਨਾਮ ਸਾਲਾ, ਲਿਖ ਅੰਤਰਾ ਪਾਰਾਵਾਰ, ਵਾਹਿਗੁਰੂ ਦੀ ਸਿਫਤ ਲਿਖ, ਉਹਦੇ ਤੇ ਵਾਹਿਗੁਰੂ ਦਾ ਹਿਰਦੇ ਤੇ ਨਾਮ ਲਿਖ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਲਿਖਦਾ ਚਲਿਆ ਜਾ ਉਹਦੇ ਉੱਤੇ। ਇਹ ਫਿਰ ਤੇਰਾ ਬਹੁਤ ਵੱਡਾ ਬੈਲੈਂਸ ਬਣ ਜਾਏਗਾ। ਫਿਰ ਇਹ ਲੇਖਾ ਜਿਹੜਾ ਹੈ ਇਹ ਘਾਟੇ ਦਾ ਲੇਖਾ ਨਹੀਂ ਰਹਿਣਾ, ਵਾਧੇ ਦਾ ਲੇਖਾ ਹੋ ਜਾਏਗਾ। ਕਿਉਂਕਿ ਸੰਸਾਰ ਹਮੇਸ਼ਾ ਹੀ ਘਾਟਿਆਂ ਦੇ ਲੇਖਿਆਂ ਵਿੱਚ ਪਿਆ ਹੋਇਆ, ਘਾਟੇ ਹੀ ਪਾਉਂਦਾ ਤੁਰਿਆ ਜਾਂਦਾ। ਇਹਦੇ ਸਵਾਸ ਬਿਰਥਾ ਜਾ ਰਹੇ ਨੇ। 24,000 ਸਵਾਸ ਦਾ ਰੋਜ਼ ਲੰਘ ਜਾਣਾ ਕੋਈ ਵੱਡੀ ਛੋਟੀ ਬਾਤ ਨਹੀਂ ਪਾਧਾ ਜੀ। ਇਹਦਾ ਸਾਰਾ ਜੀਵਨ ਬਿਰਥਾ ਜਾ ਰਿਹਾ, ਘਾਟੇ ਵਿੱਚ ਜਾ ਰਿਹਾ। ਇਹਦੀ ਪੜ੍ਹਾਈ ਵੀ ਘਾਟੇ ਵਿੱਚ ਹੈ, ਇਹਦੀ ਕਿਰਤ ਵੀ ਘਾਟੇ ਵਿੱਚ ਹੈ, ਇਹਦੀ ਸੋਚ ਵੀ ਘਾਟੇ ਵਿੱਚ ਹੈ, ਇਹਦਾ ਪਿਆਰ ਵੀ ਘਾਟੇ ਵਿੱਚ ਹੈ। ਸੋ ਘਾਟਿਆਂ ਦਾ ਵਪਾਰੀ ਹੋ ਕੇ ਜਦੋਂ ਸੰਸਾਰ ਤੋਂ ਇੱਥੋਂ ਜਾਏਗਾ, ਉਸ ਵੇਲੇ ਇਹਨੂੰ ਭਾਰੀ ਸਜ਼ਾਵਾਂ ਮਿਲਣਗੀਆਂ, ਕਿਉਂਕਿ ਘਾਟਾ ਪਾ ਕੇ ਆਇਆ, ਕੋਲ ਪੱਲੇ ਕੁਛ ਨਹੀਂ ਆਇਆ ਇਸਦੇ। ਸੋ ਇਸ ਕਰਕੇ ਇਹ ਜਿਹੜੀ ਪੜ੍ਹਾਈ ਹੈ ਘਾਟਿਆਂ ਦੀ, ਇਹ ਕੋਈ ਅੱਛੀ ਪੜ੍ਹਾਈ ਨਹੀਂ ਬਾਬਾ। ਇਹ ਲੇਖਾ ਲਿਖ ਜਾਣ, ਇਹ ਲੇਖਾ ਤੂੰ ਲਿਖਣਾ ਜਾਣ ਜਾ, ਵਾਧੇ ਦਾ ਘਾਟੇ ਦਾ ਨਾ। ਕਿਉਂਕਿ ਲੇਖੇ ਵਿੱਚ ਉਮਰੋਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਸੰਝ ਤੇ ਫਜਰੇ, ਇਸ ਵਿੱਚ ਨੀਲੇ ਹੁਜਰੇ ਸੰਝ ਤੇ ਫਜਰੇ। ਤੇ ਫਿਰ ਕੀ ਹਾਸਲ ਹੈ? ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜਾਂਦੇ ਜਾਂਦੇ ਇੱਕ ਨਗਰ ਦੇ ਬਾਹਰ ਬੈਠੇ ਨੇ, ਮਰਦਾਨਾ ਉੱਠ ਕੇ ਸੈਰ ਕਰਦਾ ਹੋਇਆ ਕਬਰਸਤਾਨ 'ਚ ਗਿਆ। ਕੀ ਦੇਖਦਾ ਹੈ? ਹਰ ਕਬਰ ਦੇ ਉੱਤੇ ਉਮਰ ਲਿਖੀ ਹੋਈ, ਲੇਕਿਨ ਉਮਰ ਇੰਨੀ ਥੋੜ੍ਹੀ ਹੈ ਕਿ ਯਕੀਨ ਨਹੀਂ ਆਉਂਦਾ। ਕੋਈ 2 ਸਾਲ, ਕੋਈ 3 ਸਾਲ, ਕੋਈ 5 ਸਾਲ, ਕੋਈ 8 ਸਾਲ। ਹੈਰਾਨ ਹੋ ਕੇ ਗੁਰੂ ਮਹਾਰਾਜ ਕੋ ਆ ਗਿਆ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦਾ ਮਹਾਰਾਜ ਕਬਰਸਤਾਨ ਦੇ ਵਿੱਚ ਮੈਂ ਗਿਆ, ਹਰ ਕਬਰ ਦੇ ਸਿਰਹਾਣੇ ਇੱਕ ਪੱਥਰ ਲੱਗਿਆ ਹੋਇਆ ਜਿਹਦੇ ਉੱਤੇ ਉਹਦੀ ਉਮਰ ਲਿਖੀ ਹੋਈ ਹੈ, ਤੇ ਮੈਂ ਪੜ੍ਹਿਆ 2 ਸਾਲ ਤੋਂ 8 ਸਾਲ ਤੋਂ ਵੱਧ ਨਹੀਂ ਕਿਸੇ। ਕੀ ਇੱਥੇ ਬੱਚੇ ਹੀ ਮਰ ਜਾਂਦੇ ਨੇ? ਮਹਾਰਾਜ ਕਹਿੰਦੇ ਮਰਦਾਨਿਆਂ ਨਗਰ ਚਲਿਆ ਜਾ। ਉੱਥੇ ਪੁੱਛਿਆ, ਨਗਰ ਵਿੱਚ ਚਲਿਆ ਗਿਆ। ਸਿਆਣੇ ਬੰਦੇ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਤਾਂ 100-100 ਸਾਲ ਦੇ ਬੈਠੇ ਨੇ। ਉਸ ਵੇਲੇ ਆਪ ਨੇ ਬੇਨਤੀ ਕੀਤੀ, ਪੁੱਛਣ ਤੇ ਕਹਿਣ ਲੱਗਿਆ ਮੈਨੂੰ ਇਹ ਦੱਸੋ ਭਾਈ, ਮੈਂ ਤਾਂ ਇੱਕ ਸ਼ੰਕਾ ਲੈ ਕੇ ਆਇਆ ਕਿ ਤੁਹਾਡਾ ਕਬਰਸਤਾਨ ਜੋ ਹੈ ਇੱਧਰਲਾ, ਇਹ ਬੱਚਿਆਂ ਦਾ ਹੈ ਕਿ ਸਭ ਦਾ ਹੈ? ਕਹਿੰਦੇ ਨਾ ਭਾਈ ਮਰਦਾਨਾ, ਇਹ ਸਾਰਿਆਂ ਦਾ। ਕਹਿਣ ਲੱਗੇ ਫਿਰ ਉਮਰ ਇੰਨੀ ਥੋੜ੍ਹੀ ਕਿਉਂ ਲਿਖੀ ਹੈ? ਉਹ ਕਹਿੰਦੇ ਠੀਕ ਆ, ਅਸੀਂ ਤੈਨੂੰ ਸਮਝਾਉਂਦੇ ਹਾਂ, ਬੈਠ ਜਾਓ, ਜਲ ਪਾਣੀ ਛਕੋ। ਉਸ ਤੋਂ ਬਾਅਦ ਕਹਿਣ ਲੱਗੇ ਭਾਈ ਮਰਦਾਨਾ, ਸਾਡਾ ਜੋ ਨਗਰ ਹੈ ਇਹਦੇ ਵਿੱਚ ਕੋਈ ਮਨਮੁਖ ਨਹੀਂ ਹੈ, ਇਹ ਸਾਰੇ ਗੁਰੂ ਵਾਲੇ ਹਨ, ਇੱਥੇ ਨਿਗੋਰਾ ਨਹੀਂ ਹੈ ਕੋਈ। ਸਾਰਾ ਨਗਰ ਇਹ ਪਰਮੇਸ਼ਰ ਦਾ ਪਿਆਰਾ ਤੇ ਪੀਰ ਪ੍ਰਸਤ ਹੈ। ਸਾਡੇ ਨਗਰ ਦੇ ਵਿੱਚ ਇਹ ਰਸਮ ਚਲੀ ਆਉਂਦੀ ਹੈ, ਰੀਤ ਚਲੀ ਆਉਂਦੀ ਹੈ ਕਿ ਜਿਸ ਵਕਤ ਬੱਚਾ 5 ਸਾਲ ਦਾ ਹੋ ਜਾਵੇ, ਉਸ ਵੇਲੇ ਉਸਦੇ ਮਾਂ-ਬਾਪ ਉਸ ਨੂੰ ਇੱਕ ਕਾਪੀ ਦੇ ਦਿੰਦੇ ਨੇ, ਤੇ ਉਹ ਕਾਪੀ ਦੇ ਵਿੱਚ ਉਹ ਗੱਲਾਂ ਲਿਖਦੇ ਨੇ, ਚੰਗੀਆਂ ਬਾਤਾਂ ਦੱਸ ਦਿੰਦੇ ਨੇ ਕਿ ਤੂੰ ਇੰਨਾ ਚਿਰ ਇਬਾਦਤ ਕਰਿਆ ਕਰ ਖੁਦਾ ਦੀ। ਉਸ ਵੇਲੇ ਤੋਂ ਹੀ ਲਾ ਦਿੰਦੇ ਨੇ ਤੇ ਨੋਟ ਆਪ ਕਰਦੇ ਨੇ। ਜਦ 18 ਸਾਲ ਦਾ ਹੋ ਜਾਂਦਾ ਹੈ, ਉਸ ਵੇਲੇ ਉਸ ਨੂੰ ਕਾਪੀ ਸਾਡੀ ਪੰਚਾਇਤ ਦਿੰਦੀ ਹੈ ਕਿ ਬੱਚਾ ਹੁਣ ਤੂੰ ਵੱਡਾ ਹੋ ਗਿਆ ਤੇ ਹੁਣ ਤੂੰ ਆਪ ਲਿਖਿਆ ਕਰ। ਸੋ ਭਾਈ ਮਰਦਾਨਾ ਜਦ ਉਹ ਚੜ੍ਹਾਈ ਕਰ ਜਾਂਦਾ ਪਰਮੇਸ਼ਰ ਦੇ ਹੁਕਮ ਦੇ ਮੁਤਾਬਕ, ਉਸ ਵੇਲੇ ਸਾਡੀ ਪੰਚਾਇਤ ਇਕੱਠੀ ਹੁੰਦੀ ਹੈ ਤੇ ਉਹਦੀ ਜੋ ਵਹੀ ਹੈ, ਜੋ ਉਸ ਦਾ ਲੈਜਰ ਹੈ, ਜਿਹਦੇ ਵਿੱਚ ਉਸ ਨੇ ਆਪਣੇ ਖਾਤੇ ਲਿਖੇ ਹੋਏ ਨੇ ਪਰਮੇਸ਼ਰ ਵੱਲ ਨੂੰ,
ਉਹ ਫਿਰ ਅਸੀਂ ਜੋੜਦੇ ਹਾਂ, ਮਿੰਟ ਸਕਿੰਟ ਜੋੜ ਕੇ ਫਿਰ ਅਸੀਂ ਦਿਨ ਬਣਾਉਂਦੇ ਹਾਂ, ਹਫ਼ਤੇ ਬਣਾਉਂਦੇ ਹਾਂ, ਸਾਲ ਬਣਾਉਂਦੇ ਹਾਂ। ਫਿਰ ਜਿੰਨੇ ਬਣ ਜਾਂਦੇ ਨੇ ਭਾਈ ਮਰਦਾਨਾ, ਅਸੀਂ ਉਹਦੇ ਲਿਖ ਦਿੰਦੇ ਹਾਂ ਕਿ ਇੰਨੀ ਉਮਰ ਭੋਗੀ ਹੈ, ਇਹ ਤਾਂ ਹੈਗੀ ਲੇਖੇ ਵਿੱਚ। ਬਾਕੀ ਜਿਹੜੀ ਉਮਰ ਹੈ ਉਹ ਸਾਰੀ ਇਸ ਦੀ ਬੇਅਰਥ ਚਲੀ। ਹੈਰਾਨ ਹੋ ਗਿਆ, ਮਹਾਰਾਜ ਕੋ ਆ ਗਿਆ। ਮਹਾਰਾਜ ਕਹਿੰਦੇ ਹਾਂ ਭਾਈ ਮਰਦਾਨਾ, ਇਹ ਗੁਰਮੁਖਾਂ ਦਾ ਨਗਰ ਹੈ। ਸੋ ਕਹਿਣ ਲੱਗੇ ਉਹ ਲੇਖਾ ਜਿਹੜਾ ਵਾਧੇ ਦਾ ਹੈ ਭਾਈ, ਉਹ ਕਮਾਓ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਸੋ ਉਹ ਪੜ੍ਹਿਆ ਹੋਇਆ ਹੈ ਜਿਹੜਾ ਇਹ